ਹੈਲੋ एवरीवन ਅੱਜ ਅਸੀਂ ਕਰਾਂਗੇ 10th ਦੀ SST ਦੇ ਜੀਓਗ੍ਰਾਫੀ ਦਾ ਲੈਸਨ ਨੰਬਰ 1। ਲਾਸਟ ਵੀਡੀਓ 'ਚ ਅਸੀਂ ਦਾ ਪਾਰਟ ਫਸਟ ਕੀਤਾ ਸੀ, ਅੱਜ ਉਹਦਾ ਸੈਕੰਡ ਪਾਰਟ ਕਰਾਂਗੇ। ਲਾਸਟ ਵੀਡੀਓ 'ਚ ਮੈਂ ਤੁਹਾਨੂੰ ਆ ਸਾਰਣੀ ਦਿਖਾਈ ਸੀ, ਇਹ ਤੋਂ ਅੱਗੇ ਕਰਾਂਗੇ ਅੱਜ। ਉਪਰੋਕਤ ਪ੍ਰਾਦੇਸ਼ਿਕ ਜਾਣਕਾਰੀ ਤੋਂ ਇਲਾਵਾ ਦੇਸ਼ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਲੋਕ ਰਾਜ ਗਣਤੰਤਰੀ ਪ੍ਰਣਾਲੀ ਵੀ 26 ਜਨਵਰੀ 1950 ਤੋਂ ਹੋਂਦ ਵਿੱਚ ਆਈ ਹੋਈ ਹੈ, ਜਿਸ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀ ਹੈ ਤੇ ਇਸ ਦੀ ਚੋਣ 5 ਸਾਲਾਂ ਲਈ ਸੰਸਦ ਦੇ ਰਾਜਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਕੀਤੀ ਜਾਂਦੀ ਹੈ। ਭਾਰਤੀ ਸੰਸਦ ਉੱਪਰਲੇ ਤੇ ਹੇਠਲੇ ਦੋ ਸਦਨਾਂ ਵਿੱਚ ਵੰਡੀ ਹੋਈ ਹੈ। ਉੱਪਰਲਾ ਸਦਨ ਰਾਜ ਸਭਾ ਕਹਾਉਂਦਾ ਹੈ ਤੇ ਹੇਠਲੇ ਸਦਨ ਨੂੰ ਲੋਕ ਸਭਾ ਕਿਹਾ ਜਾਂਦਾ ਹੈ। ਹੁਣ ਜਨਸੰਖਿਆ ਕਿਹੋ ਜਿਹੀ ਹੈ, ਇਹਦਾ ਸਰੂਪ ਦੇਖੋ। ਵਸੋਂ ਅਨੁਸਾਰ ਭਾਰਤ ਚੀਨ ਤੋਂ ਬਾਅਦ ਸੰਸਾਰ ਦਾ ਦੂਸਰਾ ਵੱਡਾ ਦੇਸ਼ ਹੈ, ਜੋ 2.2% ਖੇਤਰ ਵਿੱਚ ਕੁੱਲ ਦੁਨੀਆ ਦੀ ਆਬਾਦੀ ਦਾ 14.8% ਹਿੱਸਾ ਸੰਭਾਲਦਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਕੁੱਲ ਜਨਸੰਖਿਆ 121 ਕਰੋੜ 1,93,422 ਸੀ, ਜਿਸ ਵਿੱਚ 62.4 ਕਰੋੜ ਪੁਰਸ਼ ਅਤੇ 58.1 ਕਰੋੜ ਇਸਤਰੀਆਂ ਸਨ। ਇਸੇ ਤਰ੍ਹਾਂ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ, ਮਤਲਬ ਕਿ ਹਰ ਕਿਲੋਮੀਟਰ ਦੇ ਹਰ ਸਕੁਅਰ ਮੀਟਰ ਦੇ ਉੱਤੇ 382 ਲੋਕ ਰਹਿੰਦੇ ਨੇ। ਪੜ੍ਹੇ ਲਿਖਿਆਂ ਦੀ ਗਿਣਤੀ ਕੇਵਲ 65.38% ਸੀ ਤੇ ਲਿੰਗ ਅਨੁਪਾਤ ਵਿੱਚ 1000 ਮਰਦਾਂ ਦੇ ਮੁਕਾਬਲੇ ਵਿੱਚ ਕੇਵਲ 940 ਇਸਤਰੀਆਂ ਸਨ। ਭਾਰਤ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਲਗਭਗ 2 ਕਰੋੜ ਲੋਕ ਹਰੇਕ ਸਾਲ ਵੱਧ ਜਾਂਦੇ ਹਨ, ਜੋ ਕਿ ਆਸਟ੍ਰੇਲੀਆ ਦੀ ਪੂਰੀ ਆਬਾਦੀ ਤੋਂ ਵੀ ਵੱਧ ਹਨ। ਹੁਣ ਵਿੱਚ ਕਈ ਸਾਰੀਆਂ ਖੇਤਰੀ ਭਿੰਨਤਾਵਾਂ ਮਿਲਦੀਆਂ ਨੇ, ਕਿਹੜੀਆਂ ਦੇਖੋ। ਭਾਰਤ ਦਾ ਵਿਸ਼ਾਲ ਖੇਤਰ ਹੋਣ ਕਰਕੇ ਹੀ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਹਨ। ਇਸ ਕਰਕੇ ਇਸ ਨੂੰ ਕਈ ਵਾਰ ਅਨੇਕਤਾਵਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹ ਅਨੇਕਤਾਵਾਂ ਮੁੱਖ ਤੌਰ ਤੇ ਇਹਨਾਂ ਤੱਥਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਵਿਸ਼ਾਲ ਖੇਤਰ। ਭਾਰਤ ਦਾ ਪੂਰਬ, ਪੱਛਮ ਅਤੇ ਉੱਤਰ ਦੱਖਣ ਪਸਾਰ ਕਾਫੀ ਹੋਣ ਕਰਕੇ ਇੱਥੇ ਵੱਧ ਮਾਤਰਾ ਵਿੱਚ ਅਨੇਕਤਾਵਾਂ ਮਿਲਣੀਆਂ ਸੁਭਾਵਿਕ ਹਨ, ਕਿਉਂਕਿ ਇਹ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ, ਏਰੀਆ ਬਹੁਤ ਜ਼ਿਆਦਾ ਵੱਡਾ, ਇਸ ਕਰਕੇ ਭਿੰਨਤਾਵਾਂ ਵੀ ਬਹੁਤ ਨੇ। ਵਿਸ਼ਾਲ ਭੂਗੋਲਿਕ ਖੇਤਰਫਲ ਹੋਣ ਕਰਕੇ ਹੀ ਇਸ ਨੂੰ ਉਪ ਮਹਾਦੀਪ ਦਾ ਦਰਜਾ ਹਾਸਲ ਹੈ, ਜਿਸ ਵਿੱਚ ਹਰੇਕ ਖੇਤਰ ਦੇ ਕੁਦਰਤੀ ਤੇ ਮਨੁੱਖੀ ਤੱਤਾਂ ਵਿੱਚ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਦੂਜਾ, ਧਰਾਤਲ। ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜਾਂ ਵਿੱਚੋਂ ਅਰਾਵਲੀ ਪਰਬਤ ਮੌਜੂਦ ਹਨ ਤੇ ਦੂਸਰੇ ਪਾਸੇ ਉੱਤਰ ਵਿੱਚ ਹਿਮਾਲਿਆ ਪਰਬਤ ਨਵੇਂ ਜਨਮੇ ਮੋੜਦਾਰ ਪਰਬਤ ਹਨ। ਇਸ ਤਰ੍ਹਾਂ ਦੱਖਣ ਵੱਲ ਸਖਤ ਅਤੇ ਪੁਰਾਤਨ ਚਟਾਨਾਂ ਦੀ ਬਣੀ ਹੋਈ ਪ੍ਰਾਯਦੀਪੀ ਪਠਾਰ ਹੈ, ਜਿਸ ਨਾਲ ਹਿਮਾਲਿਆ ਪਰਬਤ ਸ਼੍ਰੇਣੀਆਂ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਦੇ ਵਿਛਾਂ ਨਾਲ ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਤੇ ਉਪਜਾਊ ਮੈਦਾਨਾਂ ਦਾ ਨਿਰਮਾਣ ਵੀ ਮਿਲਦਾ ਹੈ। ਫਿਰ ਨੈਕਸਟ ਆ ਜਾਂਦਾ ਜਲਵਾਯੂ। ਇਹਦਾ ਕਲਾਈਮੇਟ ਕਿਹੋ ਜਿਹਾ। ਭਾਰਤ ਦੇ ਮੱਧ ਵਿੱਚੋਂ ਦੀ ਕਰਕ ਰੇਖਾ ਲੰਘ ਰਹੀ ਹੈ, ਜਿਸ ਦੇ ਉੱਤਰੀ ਭਾਗਾਂ ਵਿੱਚ ਸ਼ੀਤ ਉਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਇਸ ਦੇ ਕਈ ਖੇਤਰ ਸਮੁੰਦਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਕਈ ਵਾਰ ਮਹਾਦੀਪੀ ਜਲਵਾਯੂ ਦਾ ਅਸਰ ਗ੍ਰਹਿਣ ਕਰ ਜਾਂਦੇ ਹਨ, ਜਦੋਂ ਕਿ ਕਰਕ ਰੇਖਾ ਦੇ ਦੱਖਣੀ ਭਾਗ ਭੂ-ਮੱਧ ਰੇਖਾ ਦੇ ਪਾਸ ਹੋਣ ਕਰਕੇ ਉਸ਼ਣ ਕਿਸਮ ਦੀ ਜਲਵਾਯੂ ਦੇ ਅੰਦਰ ਹੇਠ ਰਹਿੰਦੇ ਹਨ। ਤਿੰਨੋਂ ਪਾਸੇ ਸਮੁੰਦਰ ਦੀ ਹੋਂਦ ਹੋਣ ਕਰਕੇ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੋਂ ਵੀ ਘੱਟ ਰਹਿੰਦਾ ਹੈ, ਜਿਸ ਕਰਕੇ ਦੱਖਣ ਦੀ ਪਠਾਰ ਦਾ ਜਲਵਾਯੂ ਗਰਮ ਤੇ ਸੁਹਾਵਣਾ ਕਿਸਮ ਦਾ ਹੁੰਦਾ ਹੈ। ਵਰਖਾ ਪੱਖੋਂ ਉੱਤਰ ਭਾਰਤ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਜਿੱਥੇ ਕਿ ਹਿਮਾਚਲ ਨਾਮ ਤੇ ਚਿਰਾਪੂੰਜੀ ਸੰਸਾਰ ਦੇ ਸਭ ਤੋਂ ਵੱਧ ਵਰਖਾ ਵਾਲੇ ਇਲਾਕਿਆਂ ਵਿੱਚ ਗਿਣੇ ਜਾਂਦੇ ਹਨ, ਜਦਕਿ ਭਾਰਤ ਦੇ ਧੁਰ ਪੱਛਮ ਵਿੱਚ ਥਾਰ ਮਾਰੂਥਲ ਦੇ ਖੇਤਰ ਖੁਸ਼ਕ ਹੀ ਰਹਿੰਦੇ ਹਨ, ਰਾਜਸਥਾਨ ਵਾਲੀ ਸਾਈਡ। ਫਿਰ ਆ ਗਿਆ ਪ੍ਰਵਾਸ। ਜਦੋਂ ਅਸੀਂ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਰਹਿਣ ਚਲੇ ਜਾਂਦੇ ਹਾਂ, ਜਿਵੇਂ ਬਿਹਾਰ ਤੋਂ ਯੂਪੀ ਤੋਂ ਲੋਕ ਆਉਂਦੇ ਨੇ ਤੇ ਪੰਜਾਬ ਵਿੱਚ ਵਸ ਜਾਂਦੇ, ਉਹਨੂੰ ਪ੍ਰਵਾਸ ਕਹਿੰਦੇ ਨੇ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਵੱਖ-ਵੱਖ ਕਬੀਲੇ, ਜਾਤੀਆਂ, ਧਰਮ ਪ੍ਰਚਾਰਕ, ਸੈਨਿਕ ਕਾਫਲੇ ਤੇ ਹੁਕਮਰਾਨ ਗੁਆਂਢੀ ਅਤੇ ਬਾਹਰ ਦੂਰ-ਦੂਰ ਦੇ ਦੇਸ਼ਾਂ ਤੋਂ ਵੱਖ-ਵੱਖ ਰਸਤਿਆਂ ਰਾਹੀਂ ਪ੍ਰਵੇਸ਼ ਕਰਦੇ ਰਹੇ ਤੇ ਵਸਦੇ ਰਹੇ ਹਨ। ਉੱਤਰ ਪੂਰਬੀ ਖੇਤਰਾਂ ਵਿੱਚ ਮੱਧ ਏਸ਼ੀਆ ਤੋਂ ਚੀਨ ਰਾਹੀਂ ਆਈ ਮੰਗੋਲ ਜਾਤੀ, ਉੱਤਰ ਪੱਛਮੀ ਹਿਮਾਲਿਆਈ ਖੇਤਰਾਂ ਵਿੱਚ ਤਿੱਬਤੀ ਲੋਕ, ਉੱਤਰ ਪੱਛਮੀ ਮੈਦਾਨੀ ਭਾਗਾਂ ਵਿੱਚ ਪੱਛਮੀ ਏਸ਼ੀਆਈ ਖੇਤਰਾਂ ਦੇ ਖੈਬਰ ਅਤੇ ਬੋਲਾਨ ਦਰਿਆ ਰਾਹੀਂ ਆਏ ਖਾਸ ਕਰਕੇ ਆਰੀਅਨ ਅਤੇ ਮੁਸਲਿਮ ਜਾਤੀਆਂ ਦੇ ਲੋਕ, ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿੱਚ ਗਏ ਦ੍ਰਵਿੜ ਜਾਤੀ ਦੇ ਕਬੀਲੇ ਅਤੇ ਤਾਮਿਲਨਾਡੂ ਵਿੱਚ ਸ਼੍ਰੀਲੰਕਾ ਤੋਂ ਆਏ ਤਮਿਲ ਜਾਤੀ ਦੇ ਲੋਕਾਂ ਦੇ ਵੱਡੇ-ਵੱਡੇ ਸਮੂਹ ਮਿਲਦੇ ਹਨ, ਜਿਹੜੇ ਕਿ ਬਾਹਰੋਂ ਸਾਡੇ ਦੇਸ਼ ਵਿੱਚ ਆ ਕੇ ਬਸੇ ਨੇ। ਫਿਰ ਇੱਥੇ ਦਾ ਸੱਭਿਆਚਾਰ ਕਿਹੋ ਜਿਹਾ। ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖੋ-ਵੱਖਰੀਆਂ ਜਾਤੀਆਂ ਅਤੇ ਧਾਰਮਿਕ ਲੋਕ ਮਿਲਣ ਕਰਕੇ ਲੋਕਾਂ ਦੀ ਬੋਲੀ, ਰਹਿਣ-ਸਹਿਣ, ਪਹਿਰਾਵਾ, ਖੁਰਾਕ, ਆਦਤਾਂ, ਘਰਾਂ ਦੀ ਬਣਤਰ, ਲੋਕ ਗੀਤ, ਲੋਕ ਨਾਚ, ਮੇਲੇ, ਤਿਉਹਾਰ ਤੇ ਰੀਤੀ ਰਿਵਾਜ ਆਦਿ ਵਿੱਚ ਸਪਸ਼ਟ ਭਿੰਨਤਾ ਮਿਲਦੀ ਹੈ।
ਅਲੱਗ-ਅਲੱਗ ਧਰਮਾਂ ਦੇ ਲੋਕ ਆ ਤੇ ਉਹਦੇ ਸੱਭਿਆਚਾਰ ਵੀ ਅਲੱਗ-ਅਲੱਗ ਹੋਣਗੇ, ਖਾਣ ਪੀਣ ਪਹਿਰਾਵਾ ਸਭ ਅਲੱਗ ਆ। ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੇਵਲ 23 ਭਾਸ਼ਾਵਾਂ ਦੇਸ਼ ਦੇ 97% ਭਾਗ ਵਿੱਚ ਬੋਲੀਆਂ ਜਾਂਦੀਆਂ ਹਨ। ਭਾਰਤੀ ਸੰਵਿਧਾਨ ਨੇ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਹੈ। ਲੋਕ ਨਾਚ ਪੱਖੋਂ ਦੇਸ਼ ਅੰਦਰ ਭਾਰਤਨਾਟਿਅਮ, ਕਥਕਲੀ, ਕੱਥਕ, ਕੁਚੀਪੁੜੀ, ਮਣੀਪੁਰੀ ਦਾ ਵਿਕਾਸ ਕ੍ਰਮਵਾਰ ਦੱਖਣ, ਉੱਤਰ ਅਤੇ ਪੂਰਬੀ ਭਾਗਾਂ ਵਿੱਚ ਹੋਇਆ ਹੈ। ਧਰਮ ਮੁਤਾਬਕ ਸੌਰਾਸ਼ਟਰ ਵਿੱਚ ਜੈਨੀ, ਹਿਮਾਲਿਅਨ ਖੇਤਰਾਂ ਵਿੱਚ ਬੋਧੀ, ਪੰਜਾਬ ਵਿੱਚ ਸਿੱਖ, ਕਸ਼ਮੀਰ ਅਤੇ ਤੇਲੰਗਾਨਾ ਵਿੱਚ ਮੁਸਲਿਮ ਅਤੇ ਉੱਤਰ ਪੂਰਬ ਵਿੱਚ ਈਸਾਈ ਧਰਮਾਂ ਦੇ ਪੈਰੋਕਾਰ ਵਧੇਰੇ ਮਿਲਦੇ ਹਨ। ਖੇਤੀਬਾੜੀ ਬਾਰੇ ਜਲੋੜੀ ਮਿੱਟੀਆਂ ਵਾਲੇ ਵਿਸ਼ਾਲ ਮੈਦਾਨਾਂ ਦੇ ਉਪਜਾਊਪਣ, ਮਸ਼ੀਨੀਕਰਨ, ਸੁਚਾਰੂ ਜਲ ਪੂਰਤੀ ਵਿਵਸਥਾ ਅਤੇ ਵਿਕਸਿਤ ਆਵਾਜਾਈ ਆਦਿ ਦੀਆਂ ਸਹੂਲਤਾਂ ਨੇ ਸਥਾਈ ਖੇਤੀ ਦੀ ਵਿਵਸਥਾ ਨੂੰ ਆਧੁਨਿਕ ਲੀਹਾਂ 'ਤੇ ਚਲਾ ਦਿੱਤਾ ਹੈ, ਮਤਲਬ ਕਿ ਨਵੇਂ ਰਾਹਾਂ 'ਤੇ ਤੁਰ ਪਏ ਨੇ। ਦੂਸਰੇ ਪਾਸੇ ਦੇਸ਼ ਦੇ ਖੁਸ਼ਕ ਰਾਜਸਥਾਨੀ, ਮੱਧਵਰਤੀ ਵਿੰਧਿਆਚਲ ਤੇ ਮੈਕਾਲ ਪਰਬਤੀ ਪ੍ਰਦੇਸ਼, ਛੋਟੇ ਨਾਗਪੁਰ ਦੀ ਪਠਾਰ ਅਤੇ ਉੱਤਰ ਪੂਰਬੀ ਪਹਾੜੀ ਤੇ ਪਠਾਰੀ ਖੇਤਰਾਂ ਵਿੱਚ ਅਜੇ ਵੀ ਅਸਥਾਈ ਖੇਤੀ ਕੀਤੀ ਜਾਂਦੀ ਹੈ। ਅਸਥਾਈ ਮਤਲਬ ਕਿ ਪੱਕੇ ਤੌਰ 'ਤੇ ਨਹੀਂ ਕੀਤੀ ਜਾਂਦੀ, ਕਦੇ ਕੀਤੀ ਜਾਂਦੀ ਹੈ, ਕਦੇ ਛੱਡ ਦਿੱਤੀ ਜਾਂਦੀ ਹੈ। ਜਿੱਥੇ ਕਿ ਵੱਖ-ਵੱਖ ਸੱਭਿਆਚਾਰ ਤੇ ਸੰਸਕ੍ਰਿਤੀ ਵਾਲੇ ਆਦੀਵਾਸੀ ਲੋਕਾਂ ਦੇ ਵੱਖਰੇ-ਵੱਖਰੇ ਸਮੂਹ ਮਿਲਦੇ ਹਨ, ਮਤਲਬ ਗਰੁੱਪ ਮਿਲਦੇ ਨੇ। ਫਿਰ ਆ ਗਈ ਅਨੇਕਤਾ ਵਿੱਚ ਏਕਤਾ। ਇਹ ਸੀ ਉਪਰੋਕਤ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਅਨੇਕਤਾਵਾਂ ਦਾ ਦੇਸ਼ ਹੈ। ਇਸ ਦੇ ਕੁਦਰਤੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਿਕ ਤੱਤਾਂ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਇਹਨਾਂ ਭਿੰਨਤਾਵਾਂ ਹੋਣ ਦੇ ਬਾਵਜੂਦ ਭਾਰਤੀ ਸਮਾਜ ਵਿੱਚ ਵਿਲੱਖਣ ਏਕਤਾ ਵੀ ਮਿਲਦੀ ਹੈ। ਮੋਟੇ ਤੌਰ 'ਤੇ ਦੇਸ਼ ਦੇ ਕੁਦਰਤੀ ਅਤੇ ਸੱਭਿਆਚਾਰਿਕ ਤੱਤਾਂ ਵਿੱਚ ਨਿਰੰਤਰ ਰੂਪ 'ਚ ਤਬਦੀਲੀ ਹੋਣ ਕਾਰਨ ਹੀ ਇਕਰੂਪਤਾ ਦੀ ਸਥਿਤੀ ਪੈਦਾ ਹੋਈ ਹੈ। ਦੇਸ਼ ਅੰਦਰ ਏਕਤਾ ਪ੍ਰਦਾਨ ਕਰਨ ਵਾਲੇ ਤੱਤ ਇਸ ਪ੍ਰਕਾਰ ਹਨ, ਜਿਹੜੇ ਉੱਤੇ ਅਸੀਂ ਸਾਰੇ ਤੱਤ ਪੜ੍ਹੇ ਸੀ। ਸਾਡਾ ਲੌਂਗ ਕੁਐਸਚਨ ਵੀ ਬਣ ਜਾਂਦਾ, ਇਹ ਸਾਡਾ ਲੌਂਗ ਕੁਐਸਚਨ ਹੋ ਜਾਂਦਾ। ਠੀਕ ਆ, ਇੱਥੇ ਤੱਕ ਏਕਤਾ ਵਿੱਚ ਅਨੇਕਤਾ ਵੀ ਲੌਂਗ ਕੁਐਸਚਨ। ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਮਾਨਸੂਨੀ ਰੁੱਤ। ਸਾਡਾ ਦੇਸ਼ ਉਸ਼ਣ ਮਾਨਸੂਨੀ ਜਲਵਾਯੂ ਵਾਲਾ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ ਰੁੱਤਾਂ ਦਾ ਕ੍ਰਮਵਾਰ ਇੱਕੋ ਜਿਹਾ ਹੀ ਮਿਲਦਾ ਹੈ। ਦੇਸ਼ ਦੀ ਜ਼ਿਆਦਾ ਵਰਖਾ ਗਰਮੀ ਦੀ ਰੁੱਤ ਵਿੱਚ ਹੁੰਦੀ ਹੈ, ਇਸ ਲਈ ਸਾਰੇ ਦੇਸ਼ ਦੀ ਖੇਤੀਬਾੜੀ ਤੇ ਆਰਥਿਕਤਾ ਮਾਨਸੂਨ ਪੌਣਾਂ ਦੀ ਆਮਦ 'ਤੇ ਨਿਰਭਰ ਕਰਦੀ ਹੈ। ਇਹ ਪੌਣਾਂ ਇੱਕ ਪਾਸੇ ਭਾਰਤ ਦੇ ਵਿਸ਼ਾਲ ਮੈਦਾਨਾਂ ਦੀ ਖੇਤੀਯੋਗ ਭੂਮੀ ਲਈ ਪਾਣੀ ਪ੍ਰਦਾਨ ਕਰਦੀਆਂ ਹਨ, ਉੱਥੇ ਨਾਲ ਹੀ ਪਹਾੜੀ ਖੇਤਰਾਂ ਵਿੱਚ ਪਾਣੀ ਦੇ ਜਮ੍ਹਾਂ ਭੰਡਾਰਾਂ ਦੇ ਉੱਚੇ ਸਤਰ ਨਾਲ ਬਿਜਲੀ ਦੀ ਸਪਲਾਈ ਯਕੀਨੀ ਬਣਾ ਕੇ ਸ਼ਹਿਰੀ ਤੇ ਪੇਂਡੂ ਜਨਸੰਖਿਆ ਲਈ ਰੋਜੀ ਰੋਟੀ ਮੁਹੱਈਆ ਕਰਾਉਣ ਵਿੱਚ ਮਦਦ ਕਰਦੀਆਂ ਹਨ। ਇਸ ਕਰਕੇ ਸਾਰੇ ਦੇਸ਼ ਵਿੱਚ ਲੋਕ ਮਾਨਸੂਨ ਪੌਣਾਂ ਦੀ ਆਮਦ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਵੀ ਬਾਰਿਸ਼ ਕਦੋਂ ਆਊਗੀ। ਫਿਰ ਆ ਗਿਆ ਧਾਰਮਿਕ ਸੰਸਕ੍ਰਿਤੀ। ਧਰਮ ਸਥਾਨ। ਦੇਸ਼ ਵਿੱਚ ਅਨੇਕਾਂ ਧਰਮ ਪ੍ਰਚਲਿਤ ਹਨ ਤੇ ਇਹਨਾਂ ਨੂੰ ਮੰਨਣ ਵਾਲੇ ਸ਼ਰਧਾਲੂ ਵੀ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ। ਪਰ ਇਹ ਧਾਰਮਿਕ ਸਥਾਨ ਰੂਹਾਨੀ ਖਿੱਚ ਦਾ ਕੇਂਦਰ ਹੋਣ ਕਰਕੇ ਅਲੱਗ-ਅਲੱਗ ਸਥਾਨਾਂ 'ਤੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਇਕੱਠਾ ਕਰਕੇ ਧਾਰਮਿਕ ਇਕੱਠ ਰਾਹੀਂ ਇਕਾਗਰ ਭਾਵਨਾਵਾਂ ਜਾਗ੍ਰਿਤ ਕਰਨ ਵਿੱਚ ਮਦਦ ਕਰਦੀ ਹਨ। ਦੇਸ਼ ਦੇ ਤਿਰੂਪਤੀ, ਜਗਨਨਾਥਪੁਰੀ, ਬਨਾਰਸ, ਬਦਰੀਨਾਥ, ਅਮਰਨਾਥ ਜਿਹੇ ਪਵਿੱਤਰ ਸਥਾਨਾਂ ਦੀ ਪੂਜਾ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਹਿੰਦੂ ਲੋਕ ਆਉਂਦੇ ਹਨ। ਇਸੇ ਤਰ੍ਹਾਂ ਅਜਮੇਰ ਦੀ ਚਿਸ਼ਤੀ ਦੀ ਦਰਗਾਹ, ਦਿੱਲੀ ਦੀ ਜਾਮਾ ਮਸਜਿਦ, ਬੀਬੀ ਦਾ ਮਕਬਰਾ ਆਦਿ ਥਾਵਾਂ 'ਤੇ ਸਾਰੇ ਦੇਸ਼ ਦੇ ਮੁਸਲਮਾਨ ਮੰਨਤਾਂ ਮੰਨਦੇ ਹਨ, ਇਬਾਦਤ ਕਰਦੇ ਹਨ। ਸਿੱਖ ਨੂੰ ਧਰਮ ਨੂੰ ਮੰਨਣ ਵਾਲੇ ਹਰਿਮੰਦਰ ਸਾਹਿਬ, ਪਟਨਾ ਸਾਹਿਬ, ਹੇਮਕੁੰਟ ਸਾਹਿਬ, ਹਜ਼ੂਰ ਸਾਹਿਬ ਸਾਰੇ ਧਾਰਮਿਕ ਸਥਾਨਾਂ 'ਤੇ ਸਥਾਨਾਂ 'ਤੇ ਸਾਰੇ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਦਰਸ਼ਨ ਕਰਨ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਚਾਹੇ ਹਿੰਦੂ ਦੇਵੀ ਦੇਵਤਿਆਂ ਦੇ ਮੰਦਰ ਹੋਣ, ਪੀਰਾਂ ਫਕੀਰਾਂ ਦੀਆਂ ਦਰਗਾਹਾਂ ਹੋਣ ਜਾਂ ਫਿਰ ਗੁਰਦੁਆਰੇ ਹੋਣ, ਇਹ ਸਭ ਥਾਵਾਂ ਉੱਤੇ ਹਿੰਦੂ, ਮੁਸਲਿਮ, ਸਿੱਖ ਆਦਿ ਸਭ ਧਰਮਾਂ ਦੇ ਲੋਕ ਮਿਲ ਕੇ ਪੂਜਾ ਕਰਦੇ ਦੇਖੇ ਜਾਂਦੇ ਹਨ, ਜੋ ਕਿ ਸਾਂਝ ਦੀ ਇੱਕ ਅਮਿੱਟ ਉਦਾਹਰਣ ਹੈ। ਫਿਰ ਆ ਜਾਂਦਾ ਧਾਰਮਿਕ ਸੰਤ ਅਤੇ ਭਗਤ। ਧਾਰਮਿਕ ਸਥਾਨਾਂ ਤੋਂ ਇਲਾਵਾ ਧਾਰਮਿਕ ਗੁਰੂ, ਪੀਰ, ਪੈਗੰਬਰ ਤੇ ਸੂਫੀ ਸੰਤ ਆਪਣੇ ਰੂਹਾਨੀ ਸਤਸੰਗ ਅਤੇ ਉਪਦੇਸ਼ਾਂ ਦੁਆਰਾ ਭਾਈਚਾਰਕ ਏਕਤਾ ਪੈਦਾ ਕਰਨ, ਸੱਭਿਆਚਾਰਕ ਸਹਿਯੋਗ ਨੂੰ ਇੱਕ ਦ੍ਰਿੜ ਆਧਾਰ ਪ੍ਰਦਾਨ ਕਰਦੇ ਰਹੇ ਹਨ। ਭਗਤ ਕਬੀਰ ਜੀ, ਗੁਰੂ ਨਾਨਕ, ਤੁਕਾਰਾਮ, ਸੂਰਦਾਸ, ਚਿਸ਼ਤੀ ਤੇ ਰਾਮਾਨੁਜ ਜਿਹੇ ਸੰਤਾਂ ਨੇ ਦੇਸ਼ ਅੰਦਰ ਸਮੂਹਿਕ ਮਨੁੱਖੀ ਜਾਤੀ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦੇ ਕੇ ਸੱਭਿਆਚਾਰਕ ਏਕੀਕਰਨ ਦੀ ਲਹਿਰ ਨੂੰ ਮਜ਼ਬੂਤ ਕੀਤਾ ਹੈ। ਗੁਰੂ ਸਾਹਿਬ ਨੇ ਅਲੱਗ-ਅਲੱਗ ਖੇਤਰਾਂ ਦੇ ਸੂਫੀ ਭਗਤਾਂ ਤੇ ਸੰਤਾਂ ਦੀ ਬਾਣੀ ਨੂੰ ਦਰਜ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਈ ਵਰ੍ਹਿਆਂ ਦੀ ਅਧਿਆਤਮਿਕ ਸੋਚ ਵਿੱਚ ਇੱਕ ਧਾਰਾ ਵਿੱਚ ਬੰਨ੍ਹਣ ਦੀ ਲਸਾਨੀ ਮਿਸਾਲ ਕਾਇਮ ਕੀਤੀ ਹੈ। ਲਸਾਨੀ ਮਿਸਾਲ ਜਿਹਦਾ ਕੋਈ ਮੇਲ ਨਾ ਲੱਭਿਆ ਜਾ ਸਕੇ। ਹੁਣ ਭਾਸ਼ਾ ਤੇ ਲੋਕ ਕਲਾ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਦੀ ਸੰਸਕ੍ਰਿਤੀ ਦੇ ਪ੍ਰਸਾਰ ਵਿੱਚ ਭਾਸ਼ਾ ਦਾ
ਪ੍ਰਸਾਰ ਵਿੱਚ ਭਾਸ਼ਾ ਦਾ ਵੱਡਮੁੱਲਾ ਯੋਗਦਾਨ ਹੈ। ਪ੍ਰਾਚੀਨ ਸਮੇਂ ਦੌਰਾਨ ਵੈਦਿਕ ਕਾਲ ਸਮੇਂ ਵੇਦਾਂ ਦੇ ਮੰਤਰਾਂ ਦੇ ਉਚਾਰਨ ਕੇਵਲ ਇੱਕੋ ਸੰਸਕ੍ਰਿਤ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਸੀ। ਵੇਦ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੱਕ, ਰਾਜਸਥਾਨ ਤੋਂ ਮਣੀਪੁਰ ਤੱਕ ਮਿਲਣ ਦਾ ਮੁੱਖ ਕਾਰਨ ਕੇਵਲ ਇੱਕੋ ਇੱਕ ਭਾਸ਼ਾ ਸੰਸਕ੍ਰਿਤ ਹੈ। ਇਸ ਤੋਂ ਇਲਾਵਾ ਅੱਜ ਦੀਆਂ ਕਈ ਪ੍ਰਾਦੇਸ਼ਿਕ ਭਾਸ਼ਾਵਾਂ ਦਾ ਮੂਲ ਆਧਾਰ ਵੀ ਸੰਸਕ੍ਰਿਤ ਹੈ। ਮੱਧਕਾਲ ਸਮੇਂ ਦੌਰਾਨ ਭਾਰਤ ਦੇ ਵਿਸ਼ਾਲ ਖੇਤਰਾਂ ਵਿੱਚ ਫਾਰਸੀ ਭਾਸ਼ਾ ਦਾ ਬੋਲਬਾਲਾ ਰਿਹਾ। ਫਾਰਸੀ ਅਤੇ ਸੰਸਕ੍ਰਿਤੀ ਦੇ ਸੁਮੇਲ ਰਾਹੀਂ ਨਵੀਂ ਜਨਮੀ ਭਾਸ਼ਾ ਉਰਦੂ ਨੂੰ ਦਿੱਲੀ ਦੇ ਹੁਕਮਰਾਨਾਂ ਨੇ ਮਾਨਤਾ ਪ੍ਰਦਾਨ ਕਰਕੇ ਦੇਸ਼ ਵਿੱਚ ਲਾਗੂ ਕੀਤਾ। ਅੱਜ ਵੀ ਇਸ ਭਾਸ਼ਾ ਨੂੰ ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰੇਕ ਹਿੱਸੇ ਵਿੱਚ ਅੰਗਰੇਜ਼ੀ ਤੇ ਹਿੰਦੀ ਪੜ੍ਹੀਆਂ ਤੇ ਲਿਖੀਆਂ ਜਾਂਦੀਆਂ ਹੋਣ ਕਰਕੇ ਦੇਸ਼ ਨੂੰ ਕੌਮੀ ਤੇ ਕੌਮਾਂਤਰੀ ਧਾਰਾ ਵਿੱਚ ਲਿਆਉਣ ਲਈ ਮਹੱਤਵਪੂਰਨ ਰੋਲ ਨਿਭਾ ਰਹੀਆਂ ਹਨ। ਦੇਸ਼ ਵਿੱਚ ਹਿੰਦੀ ਨੂੰ ਬੋਲਣ ਤੇ ਸਮਝਣ ਵਾਲੇ ਦੀ ਸੰਖਿਆ ਬਹੁਤ ਜ਼ਿਆਦਾ ਹੋਣ ਕਰਕੇ ਪ੍ਰਥਮ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਲ ਹੈ ਤੇ ਅੰਗਰੇਜ਼ੀ ਲਿੰਕ ਭਾਸ਼ਾ ਦਾ ਕੰਮ ਕਰਦੀ ਹੈ। ਅੱਗੇ ਆ ਲੋਕ ਕਥਾਵਾਂ, ਪੁਰਾਣੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਦੇ ਪੱਖੋਂ ਮਾਨਸੂਨ ਦੇ ਸੰਬੰਧ ਵਿੱਚ ਵੱਖ-ਵੱਖ ਸਥਾਨਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਵੀ ਇੱਕੋ ਜਿਹੇ ਹੀ ਹਨ। ਪੰਜਾਬ ਦੀਆਂ ਤੀਆਂ, ਹਰਿਆਣੇ ਦਾ ਸਾਵਨ, ਭੋਜਪੁਰ ਦੀ ਕਜਰੀ ਤੇ ਬ੍ਰਜ ਦਾ ਮਲਹਾਰ ਆਦਿ। ਇਹਨਾਂ ਤੋਂ ਇਲਾਵਾ ਲਲਿਤ ਕਲਾਵਾਂ ਵਿੱਚ ਵੀਰ ਰਸ ਵਾਲੀਆਂ ਲੋਕ ਕਥਾਵਾਂ, ਲੋਕ ਨਾਚ, ਸੰਗੀਤ ਤੇ ਨਾਟਕਾਂ ਨੂੰ ਵੱਖੋ ਵੱਖਰੇ ਮੇਲਿਆਂ, ਤਿਉਹਾਰਾਂ ਤੇ ਹੋਰ ਮੌਕਿਆਂ 'ਤੇ ਪੇਸ਼ ਕੀਤੇ ਜਾਣ ਕਰਕੇ ਆਪਸੀ ਆਦਾਨ ਪ੍ਰਦਾਨ ਦੁਆਰਾ ਦੇਸ਼ ਵਿੱਚ ਇਕਸੁਰਤਾ ਦੀ ਧਾਰਾ ਪੈਦਾ ਕਰਦੇ ਰਹੇ ਹਨ। ਭਾਰਤੀ ਫਿਲਮਾਂ ਸਾਡੇ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਆਸ-ਪਾਸ ਦੇ ਗਵਾਂਢੀ ਦੇਸ਼ਾਂ ਤੱਕ ਭਾਰਤ ਦੇ ਮਜ਼ਬੂਤ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਡੂੰਘਾ ਪ੍ਰਭਾਵ ਛੱਡਦੀਆਂ ਹਨ। ਨੈਕਸਟ ਪੁਆਇੰਟ ਆ ਜਾਂਦਾ ਆਵਾਜਾਈ ਤੇ ਸੰਚਾਰ ਦੇ ਸਾਧਨ। ਸੰਚਾਰ ਮਤਲਬ ਕਮਿਊਨੀਕੇਸ਼ਨ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਹਨਾਂ ਸਾਧਨਾਂ ਦੇ ਵਿਕਾਸ ਨੇ ਏਕਤਾਮਈ ਪ੍ਰਭਾਵ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਲਾਂ ਤੇ ਸੜਕਾਂ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਤੇ ਦੁਰਾਡੇ ਪਹਾੜੀ ਖੇਤਰਾਂ ਨੂੰ ਵਿਕਸਿਤ ਇਲਾਕਿਆਂ ਨਾਲ ਜੋੜ ਕੇ ਬਾਜ਼ਾਰੀ ਵਸਤੂਆਂ ਦੇ ਆਦਾਨ ਪ੍ਰਦਾਨ ਨਾਲ ਖੇਤਰੀ ਰੁਕਾਵਟਾਂ ਨੂੰ ਤੋੜ ਦਿੱਤਾ ਹੈ। ਇਸ ਤਰ੍ਹਾਂ ਆਰਥਿਕ ਤੇ ਸਮਾਜਿਕ ਸੰਪਰਕ ਕਾਇਮ ਹੋਣ ਕਰਕੇ ਲੋਕ ਖੇਤਰੀ ਪ੍ਰਵਿਰਤੀਆਂ ਦੀ ਬਜਾਏ ਰਾਸ਼ਟਰੀ ਧਾਰਾ ਨਾਲ ਜੁੜ ਗਏ ਹਨ। ਦੂਰਦਰਸ਼ਨ, ਅਖਬਾਰ, ਮੈਗਜ਼ੀਨਾਂ ਤੱਕ ਖੇਤਰ ਵਿਕਾਸ ਹੋਣ ਕਰਕੇ ਕੌਮੀ ਸੋਚ ਅਤੇ ਕੌਮੀ ਧਾਰਾ ਦਾ ਵਿਕਾਸ ਹੋਇਆ ਹੈ। ਸਥਾਨ ਬਦਲੀ। ਨੈਕਸਟ ਪੁਆਇੰਟ ਆ ਤਾਂ ਪ੍ਰਵਾਸ ਪੜ੍ਹਿਆ ਇਸ ਵਾਰ ਪਿੱਛੇ। ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਕੇ ਵਸਣ ਨਾਲ ਭਾਵੇਂ ਸ਼ਹਿਰੀ ਇਲਾਕਿਆਂ ਵਿੱਚ ਵੱਖ-ਵੱਖ ਸਥਾਨਾਂ 'ਤੇ ਵੱਖੋ ਵੱਖਰੀਆਂ ਸ਼ਹਿਰੀ ਬਸਤੀਆਂ ਹੋਂਦ ਵਿੱਚ ਆਈਆਂ ਹਨ, ਪਰ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸਮੂਹਾਂ ਦੇ ਇੱਕ ਸਥਾਨ 'ਤੇ ਇਕੱਠੇ ਰਹਿਣ ਨੇ ਵੀ ਭਾਈਚਾਰਕ ਸਾਂਝ ਵਿੱਚ ਵਾਧਾ ਕੀਤਾ। ਜਦੋਂ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਤਾਂ ਸਾਡੇ ਵਿੱਚ ਸਾਂਝ ਪੈਦਾ ਹੋ ਜਾਂਦੀ ਹੈ। ਉਪਰੋਕਤ ਕਾਰਨਾਂ ਤੋਂ ਇਲਾਵਾ ਕੇਂਦਰ ਸਰਕਾਰ ਲੋਕ ਸੇਵਾਵਾਂ ਅਤੇ ਸੁਰੱਖਿਆ ਸੇਵਾਵਾਂ ਵਿੱਚ ਵੱਖ-ਵੱਖ ਭਾਗਾਂ ਦੇ ਲੋਕਾਂ ਨੂੰ ਨਿਯੁਕਤੀਆਂ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੂੰ ਸੇਵਾ ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਭੇਜਿਆ ਜਾਂਦਾ ਹੈ, ਜਿਸ ਨਾਲ ਖੇਤਰੀ ਤੇ ਵਿਅਕਤੀਗਤ ਸੋਚ ਖਤਮ ਹੋ ਜਾਂਦੀ ਹੈ ਤੇ ਕੌਮੀ ਏਕੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਮਤਲਬ ਸਿਰਫ ਆਪਣੇ ਲਈ ਨਹੀਂ ਸੋਚਦੇ, ਪੂਰੇ ਦੇਸ਼ ਲਈ ਸੋਚਣਾ ਸ਼ੁਰੂ ਕਰਦੇ ਹਾਂ। ਇਸੇ ਤਰ੍ਹਾਂ ਦੇਸ਼ ਦੇ ਅੰਦਰ ਇੱਕ ਸੰਵਿਧਾਨ, ਸੁਰੱਖਿਆ ਬਲਾਂ ਦਾ ਇੱਕ ਮੁਖੀ, ਇੱਕ ਕਰੰਸੀ ਅਤੇ ਲੋਕਤੰਤਰੀ ਪ੍ਰਣਾਲੀ ਆਦਿ ਨੇ ਵੀ ਦੇਸ਼ ਅੰਦਰ ਏਕਤਾ ਦੀ ਲਹਿਰ ਨੂੰ ਮਜ਼ਬੂਤ ਕੀਤਾ ਹੈ। ਵਿਦਿਆਰਥੀਓ, ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਅੰਦਰ ਅਨੇਕਤਾਵਾਂ ਹੁੰਦੇ ਹੋਏ ਵੀ ਮਿਲਦੀ ਹੈ। ਇਹ ਦੋਵੇਂ ਇੱਕ ਦੂਸਰੇ ਦੇ ਵਿਰੋਧੀ ਨਹੀਂ ਸਗੋਂ ਦੋਹਾਂ ਦਾ ਆਪਸ ਵਿੱਚ ਨਜ਼ਦੀਕੀ ਸੰਬੰਧ ਹੈ, ਜੋ ਇੱਕ ਦੂਸਰੇ ਦੇ ਸਹਾਰੇ ਨਾਲ ਰਾਸ਼ਟਰ ਦੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਰਾਸ਼ਟਰ ਦੀ ਏਕਤਾ ਕੇਵਲ ਇੱਕ ਧਰਮ, ਵਿਸ਼ੇਸ਼ ਵਰਗ ਜਾਂ ਖਾਸ ਜਾਤ ਪੱਖੀ ਨਹੀਂ ਸਗੋਂ ਦੇਸ਼ ਦੇ ਅੰਦਰ ਫੈਲੇ ਵੱਖੋ ਵੱਖਰੇ ਸੱਭਿਆਚਾਰਾਂ ਦੇ ਸੁਮੇਲ ਦਾ ਮਿਸ਼ਰਤ ਰੂਪ ਹੈ। ਇਹਦੇ ਨਾਲ ਹੀ ਸਾਡਾ ਫਸਟ ਲੈਸਨ ਕੰਪਲੀਟ ਹੋਇਆ ਤੇ ਸੈਕਿੰਡ ਪਾਰਟ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ।